ਅਸੀਂ ਜਦੋਂ ਉੱਥੇ ਬੱਚੀ ਲੈ ਕੇ ਗਏ ਆ ਹਸਪਤਾਲ ਜਾ ਰਹੇ ਆ ਪੋਸਟਮਾਰਟਮ ਵਾਸਤੇ ਲੈ ਕੇ ਜਾ ਰਹੀ ਪੁਲਿਸ। ਅਸੀਂ ਉਹਨੂੰ ਕਿਹਾ ਚੱਲ ਵੀ ਨਾਲ, ਉਹ ਸਾਡੇ ਨਾਲ ਜਿਹੜਾ ਸਾਡਾ ਜਵਾਈ ਹੈਗਾ ਉਹ ਸਾਡੇ ਨਾਲ ਹਸਪਤਾਲ ਨਹੀਂ ਗਿਆ। ਇਹਨਾਂ ਮਤਲਬ ਕਿ ਇਹਨਾਂ ਪੂਰੀ ਪਲੈਨਿੰਗ ਦੇ ਨਾਲ ਕਤਲ ਕੀਤਾ ਹੈ। ਬੱਚੀ ਨੂੰ ਪਹਿਲੇ ਵੀ ਉੱਥੇ ਤੰਗ ਕਰਦੇ ਸੀ, ਕੋ ਮਾਰਦੇ ਸੀ। ਤੰਗ ਕਰਦੇ ਸੀ। ਕਾਤਲ ਤੁਹਾਡੀ ਬੇਟੀ ਨੂੰ ਕਤਲ ਕਰਕੇ ਨਸ ਗਿਆ ਹੈ। ਹਾਂ, ਉਹ ਨੱਸ ਗਿਆ, ਫਰਾਰ ਹੋ ਗਿਆ। अस्सलाम वालेकुम नाजरीन, मैं हूं एडी मलक। नए साल की सुबह इस कदर गम पर मबनी थी कि जिसकी कोई बात ना की जाए। एक ख़ातून जो कि 8 साल पहले एक बेटी की शादी होती है और फिर उसके बाद ससुरालियों के घर में देवर जो है कि एक छोटे से तनाज़े पर अपनी भाभी को 4 गोलियां मारकर कत्ल कर देते हैं। मेरी आपने पहली वीडियो मकतूला की वालिदा की सुनी कि किस कदर वो गम में मुब्तला थी। मेरे साथ मकतूला के मामू मौजूद हैं, उनसे बात करते हैं कि जब इनको पता चला कि इनकी भांजी को उन्हीं के देवर ने कत्ल कर दिया और इस कत्ल की वारदात में कितनी को सदाकत है कि कत्ल करने वाला देवर है या फिर और भी उसके साथ कुछ लोग शामिल हो सकते हैं। अच्छा सर, मुझे बताइएगा कि क्या नाम था, क्या नाम आपका? मोहम्मद यूनुस। अच्छा यूनुस साहब, आप मुझे बताइएगा कि आपको कब पता चला कि आपकी भांजी को उसके ससुराल वालों ने कत्ल कर? मैं तो शेखपुरे रहता हूँ। जब मुझे पता चला कि मेरी भांजी को कत्ल किया गया है, मैं इधर आया हूँ तो पता चला कि ये वाकया हो गया है। लेकिन मैं इधर ही रहा हूँ, उधर नहीं गया। जो हम असी हॉस्पिटल में गए हूँ, उधर भी कोई भी नहीं उधर से पहुँचा। उसके ससुराल वाले से कोई भी नहीं पहुँचा। कि इसलिए नहीं पहुँचा, अगर उस वो कहते रहे कि असी नहीं है, असी नहीं हैगे नाल, ਉੱਥੇ ਕਿਉਂ ਨਹੀਂ ਫਿਰ ਪਹੁੰਚੇ? ਉੱਥੇ ਨਹੀਂ ਪਹੁੰਚੇ, ਥਾਣੇ ਸਾਡੇ ਨਾਲ ਕਿਉਂ ਨਹੀਂ ਗਿਆ? ਅਗਰ ਥਾਣੇ ਜਾਂਦਾ ਤਾਂ ਸਾਨੂੰ ਪਤਾ ਹੁੰਦਾ ਥਾਣੇ ਪਹੁੰਚਿਆ। ਇਹ ਪਤਾ ਚੱਲਿਆ ਕਿ ਤੁਹਾਡੀ ਭਾਂਜੀ ਨੂੰ ਕਤਲ ਉਹਦੇ ਦੇਵਰ ਨੇ ਕੀਤਾ ਹੈ ਔਰ ਇਹ ਵਾਕਿਆ ਸੱਚ ਹੈ ਕਿ ਦੇਵਰ ਨੇ ਕਤਲ? ਹਾਂਜੀ, ਅਸੀਂ ਉਹਨਾਂ ਦੇ ਬਕੌਲ, ਬੱਚੇ ਦੇ ਬਕੌਲ ਅਸੀਂ ਨਹੀਂ ਦੇਖਿਆ। ਅਸੀਂ ਦੇਖਿਆ ਤਾਂ ਉਸ ਚੀਜ਼ ਨੂੰ ਅਸੀਂ ਤਸਲੀਮ ਕਰੀਏ, ਉਹ ਬੱਚੇ ਦੇ ਬਿਆਨ ਹੈ। ਅਸੀਂ ਜਦੋਂ ਉੱਥੇ ਬੱਚੀ ਲੈ ਕੇ ਗਏ ਆ ਹਸਪਤਾਲ ਜਾ ਰਹੇ ਆ ਪੋਸਟਮਾਰਟਮ ਵਾਸਤੇ ਲੈ ਕੇ ਜਾ ਰਹੀ ਪੁਲਿਸ। ਅਸੀਂ ਉਹਨੂੰ ਕਿਹਾ ਚੱਲ ਵੀ ਨਾਲ, ਉਹ ਸਾਡੇ ਨਾਲ ਜਿਹੜਾ ਸਾਡਾ ਜਵਾਈ ਹੈਗਾ ਉਹ ਸਾਡੇ ਨਾਲ ਹਸਪਤਾਲ ਨਹੀਂ ਗਿਆ। ਹਸਪਤਾਲ ਜਾਂਦਾ, ਥਾਣੇ ਜਾਂਦਾ, ਸਾਨੂੰ ਪਤਾ ਹੁੰਦਾ ਸਾਡੇ ਨਾਲ। ਉੱਤੋਂ ਤੋਂ ਕਹਿੰਦਾ ਦੂਸਰਿਆਂ ਨੂੰ ਕਿ ਅਸੀਂ ਤੁਹਾਡੇ ਨਾਲ ਆ, ਅਸੀਂ ਤੁਹਾਡੇ ਪੂਰਾ ਤਾਵਨ ਕਰਾਂਗੇ। ਤਾਵਨ ਕਿਹੋ ਜਿਹਾ ਤਾਵਨ ਹੈਗਾ? ਨਾ ਸਾਡਾ ਉੱਥੇ ਜਾਂਦਾ ਨਾ ਇੱਥੇ ਜਾਂਦਾ, ਉਸਾ ਕਹਿੰਦਾ ਤੁਹਾਡੇ ਨਾਲ ਆ। ਇਹਦਾ ਮਤਲਬ ਕਿ ਇਹਨਾਂ ਪੂਰੀ ਪਲੈਨਿੰਗ ਦੇ ਨਾਲ ਵਜ੍ਹਾ ਨਾਲ ਕਤਲ ਕੀਤਾ ਹੈ। ਉਹ ਸਭ ਕਤਲ ਹੁੰਦਾ ਤੇ ਜਿਸ 4 ਫਾਇਰ ਵੱਜੇ ਸੀ ਤੇ ਉਹ ਬੱਚੇ ਨੂੰ ਵੱਜ ਸਕਦੇ ਸੀ, ਬੱਚੇ ਨੂੰ ਮਾਰ ਸਕਦਾ। ਬੱਚਾ ਕਿਹੜਾ ਜਵਾਨ ਸੀ? ਜਿਸ ਬੰਦੇ ਨੇ ਫਾਇਰ ਮਾਰੇ ਨੇ ਉਹ ਕੀ ਕਰਦਾ ਹੈਗਾ ਸੀ, ਉਹਦਾ ਕੰਮ ਕੀ? ਮੈਨੂੰ ਨਹੀਂ ਜੀ ਇਸ ਚੀਜ਼ ਦਾ ਇਲਮ ਹੈਗਾ, ਕਿਉਂਕਿ ਮੈਂ ਉੱਥੇ ਇੰਨਾ ਕਦੀ ਆਇਆ ਗਿਆ ਹੀ ਨਹੀਂਗਾ। ਉਹ ਮੇਰੀ ਸਿਸਟਰ ਜਿਹੜੀ ਵੱਡੀ ਏ, ਉਹ ਆਉਂਦੇ ਜਾਂਦੇ ਸੀ, ਉਹਨਾਂ ਦੇ ਸਾਰਾ ਕੁਝ ਉਹਨਾਂ ਦੇ ਬਕੌਲ ਕਿ ਜੋ ਸੂਰਤ ਹਾਲ ਅਸੀਂ ਦੇਖੀ, ਜੋ ਸੂਰਤ ਹਾਲ ਮਹਿਸੂਸ ਕੀਤੀ ਹੈ, ਉਹਦੇ ਹਿਸਾਬ ਸੇ ਅਗਰ ਉਹ ਕਤਲ ਕਰਦਾ ਤੇ ਫਿਰ ਬੱਚੇ ਨੂੰ ਮਾਰਦਾ। ਬੱਚੇ ਨੂੰ ਜ਼ਰਾ ਕੁਝ ਨਹੀਂ ਹੋਇਆ, ਬੱਚੀ ਨੂੰ 4 ਫਾਇਰ ਮਾਰ ਦਿੱਤੇ ਨੇ। ਸਿਰਫ ਟਾਰਗੇਟ ਤੁਹਾਡੀ ਭਾਂਜੀ ਨੂੰ ਕੀਤਾ ਔਰ ਕਿਸੇ ਨੂੰ ਨਹੀਂ? ਕਿਸੇ ਨੂੰ ਜਾਂ ਉੱਥੋਂ ਦੀ ਬਕੌਲ ਹੈ ਕਿ ਮਾਂ ਨੂੰ ਮਾਰਿਆ, ਫਲਾਣੇ ਨੂੰ ਮਾਰਿਆ, ਟਮਕਾਣੇ ਨੂੰ ਮਾਰਿਆ। ਇਹ ਤਾਂ ਜਦੋਂ ਤਫਤੀਸ਼ ਦੇ ਦੌਰਾਨ ਜਦੋਂ ਇਹਨੂੰ ਬੁਲਾਓਗੇ, ਸਾਰਿਆਂ ਨੂੰ ਇਕੱਠਿਆ ਕਰੇਗੀ ਪੁਲਿਸ, ਫਿਰ ਤਫਤੀਸ਼ ਦੇ ਦੌਰਾਨ ਪਤਾ ਲੱਗੇਗਾ ਨਾ ਕਿ ਮਾਜਰਾ ਵਿੱਚ ਕੀ ਹੈਗਾ, ਕਿ ਵਿੱਚ ਉਹਦੇ ਵਿੱਚ ਸ਼ਾਮਲ ਕਿਹੜਾ ਕਿਹੜਾ ਹੈਗਾ। ਇਹ ਵੀ ਪਤਾ ਚੱਲਿਆ ਕਿ ਇਸ ਜੁਆਇੰਟ ਫੈਮਿਲੀ ਸੀ, ਇਕੱਠੇ ਰਹਿੰਦੇ ਸੀ, ਕੋਈ ਇਹਨਾਂ ਦਾ ਕੋਈ ਜਾਇਦਾਦ ਦਾ ਕੋਈ ਤਨਾਜ਼ਾ ਸੀ? ਇਹਨਾਂ ਦਾ ਰੌਲਾ ਰਹਿੰਦਾ ਸੀ ਆਏ ਦਿਨ। ਕਦੀ ਬੱਚੇ ਨੂੰ ਕਹਿ ਦਿੰਦਾ ਸੀ ਫਲਾਣੀ ਚੀਜ਼ ਕਰ ਦਿਓ, ਬੱਚੀ ਨੂੰ ਤੰਗ ਕਰਦਾ ਸੀ। ਕਦੀ ਫਲਾਣੀ ਚੀਜ਼ ਲਿਆ ਦਿਓ, ਉਹ ਤੋਂ ਮਾਂ ਕੋਲ ਲੈ ਗਿਆ। ਹੁਣ ਉਹ ਕਿੰਨੀ ਕੁ ਧੀਆਂ ਨੂੰ ਬੰਦਾ ਦਿੰਦਾ ਹੈ, ਅਖੀਰ ਮਜਬੂਰ ਹੋ ਜਾਂਦਾ ਹੈ। ਉਹਨੂੰ ਸਮਝਾਉਂਦੀ ਰਹੇ ਬੱਚੀ, ਉਹ ਬੱਚੀ ਆ ਕੇ ਸਾਨੂੰ ਦੱਸਣਾ ਛੱਡ ਗਈ ਸੀ ਕਿ ਮੈਂ ਹੁਣ ਮਾਂ ਪਿਓ ਨੂੰ ਤੰਗ ਕਰਾਂ। ਬੱਚੀ ਨੂੰ ਪਹਿਲੇ ਵੀ ਉੱਥੇ ਤੰਗ ਕਰਦੇ ਸੀ, ਕੋ ਮਾਰਦੇ ਸੀ? ਤੰਗ ਕਰਦੇ ਸੀ। ਕੌਣ ਮਾਰਦਾ ਸੀ ਜਾਂ ਕੌਣ ਤੰਗ ਕਰਦੇ? ਹੁਣ ਉਹਦਾ ਇਲਮ ਤੇ ਨਹੀਂ ਦੱਸਦੀ ਬੱਚੀ ਪੂਰੀ। ਘਰ ਦੇ ਵਿੱਚ ਸਾਰੀ ਫੈਮਿਲੀ 'ਚ ਸ਼ਾਮਲ ਹੋ ਜਾਂਦਾ ਨਾ। ਹੁਣ ਇੱਕ ਦਾ ਤੇ ਅਸੀਂ ਨਾਂ ਨਹੀਂ ਲੈ ਸਕਦੇ, ਪੂਰੀ ਫੈਮਿਲੀ ਹੈਗੀ ਹੈ ਜਿੰਨੇ ਉੱਥੇ ਬੈਠੇ ਨੇ। ਤਾਂ ਅਸੀਂ ਇਸ ਲਈ ਅਪੀਲ ਕਰਨੇ ਆ ਕਿ ਵਜ਼ੀਰ ਆਲਾ ਨੂੰ, ਐਸਾ ਨਿਗਰਾਨ ਹਕੂਮਤ ਨੂੰ, ਪੁਲਿਸ ਨੂੰ, IG ਪੰਜਾਬ ਨੂੰ ਵੀ ਕਿ ਸਾਨੂੰ ਇਨਸਾਫ ਚਾਹੀਦਾ। ਕਿ ਇੱਕ ਬੰਦਾ ਕਹਿੰਦਾ ਜੀ ਮੈਂ ਤੁਹਾਡੇ ਨਾਲ ਆ, ਮੈਂ ਤੁਹਾਡੇ ਨਾਲ ਤਾਵਨ ਪੂਰਾ ਕਰਨਾ ਵਾ। ਕੌਣ ਕਹਿੰਦਾ ਕਿ ਤਾਵਨ ਕਰ ਰਿਹਾ? ਸਾਡਾ ਜਿਹੜਾ ਸੀ ਕਹਿੰਦਾ ਮੈਂ ਤੁਹਾਡੇ ਨਾਲ ਆ, ਮੈਂ ਤੁਹਾਡਾ ਤਾਵਨ ਕਰਨਾ। ਉਹ ਤਾਵਨ ਕਿਹੋ ਜਿਹਾ ਕਰਦਾ ਹੈ? ਨਾ ਸਾਡਾ ਥਾਣੇ ਜਾਂਦਾ ਪਿਆ, ਨਾ ਸਾਡਾ ਹਸਪੀਟਲ ਜਾਂਦਾ ਪਿਆ। ਉਹ ਕਿਹੋ ਜਿਹਾ ਤਾਵਨ ਸਾਡੇ ਨਾਲ ਕਰਦਾ ਪਿਆ? ਲੱਗਦਾ ਕਿ ਤੁਹਾਡਾ ਦਿਮਾਗ ਵੀ ਨਾਲ ਵਿੱਚ ਹੀ ਕੋਈ ਨਾ ਕੋਈ ਰੌਲਾ ਜ਼ਰੂਰ ਹੈਗਾ, ਲੇਕਿਨ ਤਫਤੀਸ਼ ਇਹਨਾਂ ਨੂੰ ਹੋਣੀ ਚਾਹੀਦੀ। ਸਾਨੂੰ ਪਤਾ ਹੋਣਾ ਚਾਹੀਦਾ ਕਿਹੜਾ ਬੰਦਾ, ਕਿਹੜਾ ਮਾਂ ਹੈ, ਪਿਓ ਹੈ, ਭੈਣਾਂ ਨੇ, ਭਣਵਈਆ ਹੈ, ਜਿਹੜਾ ਵੀ ਹੈ, ਉਹ ਬੁਲਾਉਣ, ਉਹਦੀ ਤਫਤੀਸ਼ ਕਰੋ, ਸਾਨੂੰ ਪਤਾ ਲੱਗੇ ਕਿ ਸਾਡਾ ਹੋਇਆ ਕਿਉਂ ਇਸ ਤਰ੍ਹਾਂ।
ਤਾਂ ਉਹ ਉਸ ਬੱਚੀ ਦੀ ਵਾਲਦਾ ਦਾ ਜਦੋਂ ਮੈਂ ਮੌਕਿਫ ਲਿੱਤਾ ਤੇ ਉਹਨੇ ਕਿਹਾ ਕਿ ਸਾਰੀ ਰਾਤ ਤਕਰੀਬਨ ਰਾਤ 11 ਵਜੇ ਤੱਕ ਸਾਡੀ ਫੋਨ ਤੇ ਗੁਫ਼ਤਗੂ ਹੋਈ। ਸਵੇਰ ਸਾਨੂੰ ਕਾਲ ਆਈ ਹੈ ਕਿ ਬੇਟੀ ਨੂੰ ਕਤਲ ਕਰ ਉਹ ਵੀ ਦਿੱਤਾ। ਕਾਲ ਜਿਹੜੇ ਆਈ ਉਹ ਪਤਾ ਨਹੀਂ ਕਿਸ ਤਰ੍ਹਾਂ ਨਾਲ ਕਾਲ ਕਰਦੀ ਜਾਂ ਪੁਲਿਸ ਉੱਥੇ ਪਹੁੰਚੀ ਹੈ, ਪੁਲਿਸ ਨੇ ਕਾਲ ਕਰਵਾਈ, ਇਹ ਸਾਨੂੰ ਨਹੀਂ ਪਤਾ। ਲੇਕਿਨ ਬਾਅਦ ਚ ਫੋਨ ਪਹਿਲਾਂ ਕਿਉਂ ਨਹੀਂ, ਜਦੋਂ ਦੀ ਕਤਲ ਹੋਈ ਉਦੋਂ ਫੋਨ ਸਾਨੂੰ ਕਿਉਂ ਨਹੀਂ ਗਿਆ? ਪੁਲਿਸ ਆਣੀ ਸੀ ਤੇ ਫੇਰ ਫੋਨ ਆਉਣਾ ਸੀ ਸਾਨੂੰ। ਇਹਦਾ ਮਤਲਬ ਕਿ ਇਹਨਾਂ ਪੂਰੀ ਪਲਾਨ ਨੇ ਕਿਸੇ ਤਰੀਕੇ ਨਾਲ ਕੋਈ ਵਜ੍ਹਾ ਬਣਾ ਕੇ ਇਹਨਾਂ ਨੇ ਇਹ ਕੰਮ ਕੀਤਾ ਹੈ। ਸਾਨੂੰ ਇਨਸਾਫ ਚਾਹੀਦਾ ਬਸ। ਅੱਛਾ, ਪੁਲਿਸ ਨੇ ਕਿਸੇ ਮੁਲਜ਼ਮ ਨੂੰ ਗ੍ਰਿਫਤਾਰ ਵੀ ਕੀਤਾ ਕਿ ਉਹਦਾ ਬੱਚਾ ਹੀ ਹੈਗਾ, ਉਹ ਹੀ ਉੱਥੇ ਹੈਗਾ, ਉਹਦੇ ਕੋਲ ਜੋ ਉਹਨੇ ਬਿਆਨ ਦਿੱਤੇ ਨੇ ਕਿਹੜਾ ਬੱਚਾ ਹੈਗਾ? ਇਸੇ ਦਾ ਬੱਚਾ ਹੈ, ਸਾਡੇ ਜਵਾਈ ਦਾ ਹੀ। ਤੇ ਜਿਹਨੂੰ ਉਹਨੂੰ ਕਿਉਂ ਫੜਿਆ ਹੈ? ਉਹਨੂੰ ਇਸ ਲਈ ਫੜਿਆ ਕਿ ਇਹ ਅਗਰ ਅਸੀਂ ਇਹਨੂੰ ਕਰ ਦਿਆਂਗੇ, ਇਹਨੂੰ ਕੋਈ ਸਮਝਾ ਨਾ ਦੇ, ਕੋਈ ਉਹਨੂੰ ਆਪਣੀ ਤਹਿਵੀਲ ਦੇ ਚ ਰੱਖਿਆ, ਹਿਫਾਜ਼ਤ ਦੇ ਚ ਲਿਆ। ਹਾਂਜੀ ਇਸ ਲਈ ਰੱਖਿਆ ਕਿ ਅਸੀਂ ਉਹਦੇ ਕੋਲ ਦੀ ਤਫਤੀਸ਼ ਕਰੀਏ ਕਿ ਬੱਚੇ ਨੇ ਕੀ ਵੇਖਿਆ ਆਪਣੀ ਅੱਖਾਂ ਦੇ ਸਾਹਮਣੇ? ਵੇਖਿਆ, ਕੀ ਸਮਝਾਇਆ, ਕੀ ਅੱਗੋਂ ਪੁੱਛੇ ਦੱਸ ਕਰਨਗੇ, ਇਸ ਲਈ ਉਹਨਾਂ ਰੱਖਿਆ। ਉਹ ਇਸ ਲਈ ਨਹੀਂ ਛੱਡਦਾ ਕਿ ਛੱਡ ਦਿੱਤਾ ਇਹ ਹੋਰ ਕੋਈ ਮਸਲਾ ਨਾ ਬਣੇ। ਕਾਤਲ ਯਾਨੀ ਕਿ ਬੱਚੇ ਕਾਤਲ ਤੁਹਾਡੀ ਬੇਟੀ ਨੂੰ ਕਤਲ ਕਰਕੇ ਨਸ ਗਿਆ ਹੈ। ਹਾਂ ਉਹ ਨੱਸ ਗਿਆ, ਫਰਾਰ ਹੋ ਗਿਆ ਹੈ। ਲੇਕਿਨ ਉਹ ਵੀ ਲੱਭ ਜਾਏਗਾ। ਲੇਕਿਨ ਇਹਨਾਂ ਦੇ ਭਰਾਵਾਂ ਨੂੰ ਜਿਸ ਤਰ੍ਹਾਂ ਤੁਸੀਂ ਇਸ ਕੇਸ 'ਚ ਉਹਨੂੰ ਤਫਤੀਸ਼ ਦੇ ਦੌਰਾਨ ਲਿਆਓਗੇ ਤੇ ਸਾਰਾ ਕੁਝ ਸਾਹਮਣੇ ਆ ਜਾਏਗਾ। ਕਾਨੂੰਨ ਤੋਂ ਕੋਈ ਚੀਜ਼ ਨਹੀਂ ਲੁਕ ਸਕਦੀ ਅਗਰ ਕਾਨੂੰਨ ਚਾਹਵੇ ਤੇ। ਤੁਹਾਡਾ ਕੀ ਮੁਤਾਲਬਾ ਹੈ? ਮੁਲਜ਼ਮ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ? ਸਾਡਾ ਮੁਜਰਮ ਨੂੰ ਗ੍ਰਿਫਤਾਰ ਹੋਣਾ ਚਾਹੀਦਾ ਹੈ ਕਿ ਜੋ ਮਾਮਲਾ ਜੋ ਇਹਨਾਂ ਨੇ ਪਲੈਨਿੰਗ ਹੈ ਉਹ ਸਾਨੂੰ ਪਤਾ ਲੱਗਣੀ ਚਾਹੀਦੀ। ਇਹਨਾਂ ਕਿਸ ਪਲੈਨਿੰਗ ਨਾਲ ਬੱਚੀ ਨੂੰ ਮਾਰ, ਕੌਣ ਸ਼ਾਮਲ ਹੈਗਾ ਇਹਦੇ ਵਿੱਚ? ਕੌਣ ਸ਼ਾਮਲ ਹੈ, ਮਾਂ ਹੈ, ਭੈਣ ਹੈ, ਭਣਵਈਆ, ਜਿਹੜਾ ਵੀ ਹੋਵੇ ਉਹਨੂੰ ਤਫਤੀਸ਼ ਦੇ ਦੌਰਾਨ ਆਉਣਾ ਚਾਹੀਦਾ। ਉਹਦੇ ਤਫਤੀਸ਼ ਸਾਨੂੰ ਯਾਨੀ ਕਿ ਹੁਣ ਤੱਕ ਸਿਰਫ ਤੁਹਾਨੂੰ ਉਸ ਬੱਚੇ ਨੇ ਸਿਰਫ ਜੋ ਦੱਸਿਆ ਕਿ ਜੀ ਚਾਚੂ ਨੇ ਮਾਰਿਆ ਹੈ। ਚਾਚੂ ਦਾ ਹੀ ਦੱਸ ਰਿਹਾ ਹੈ। ਲੇਕਿਨ ਚਾਚੂ ਦਾ ਇਸ ਚੀਜ਼ ਨੂੰ ਵੀ ਸਮਝਣਾ ਚਾਹੀਦਾ ਇਨਸਾਨ ਨੂੰ ਕਿ ਅਗਰ 4 ਫਾਇਰ ਬੱਚੀ ਨੂੰ ਵੱਜ ਸਕਦੇ ਤੇ ਬੱਚੇ ਨੂੰ ਵੀ ਵੱਜ ਸਕਦੇ। ਬੱਚਾ ਵੀ ਕੋਲ ਹੀ ਸੀ, ਕਿਸੇ ਹੋਰ ਨੂੰ ਵੀ ਲੱਗ ਸਕਦਾ ਸੀ। ਕਿਸੇ ਨੂੰ ਵੀ ਲੱਗ ਸਕਦੇ ਸੀ। ਭੈਣ ਨੂੰ ਮਾਰ ਸਕਦਾ ਸੀ, ਮਾਂ ਨੂੰ ਮਾਰ ਸਕਦਾ ਸੀ, ਜ਼ਰੂਰੀ ਕਿ ਬੁੱਢੀ ਨੂੰ ਹੀ ਉਹਨੇ 4 ਫਾਇਰ ਮਾਰੇ। ਇਹਦਾ ਮਤਲਬ ਇਹਨਾਂ ਕੋਈ ਪਲਾਨ ਹੈ ਜਾਂ ਕੋਈ ਤਰੀਕਾਕਾਰ ਬਣਾਇਆ, ਉਹਦੀ ਵਜ੍ਹਾ ਨਾਲ ਫਾਇਰ ਮਾਰਿਆ। ਤੇ ਇਹ ਤੇ ਨਹੀਂ ਰੰਜਿਸ਼ ਕਿ ਬੱਚੀ ਦਾ ਕੋਈ ਬੱਚਾ ਨਹੀਂ ਸੀ ਹੋ ਰਿਹਾ, ਉਹਦੀ ਵਜ੍ਹਾ ਤੋਂ ਮਾਰਿਆ? ਤੇ ਜਾਇਦਾਦ ਤੇ ਉਹਨਾਂ ਦੀ ਸੀ। ਅਗਰ ਬੱਚਾ ਨਹੀਂ ਹੈਗਾ, ਉਹ ਮਲਕੀਅਤ ਕਿਹਨਾਂ ਦੀ ਸੀ? ਉਹ ਮਲਕੀਅਤ ਉਹਨਾਂ ਦੀ ਸੀ। ਉਹਨੇ ਬੱਚੀ ਦੇ ਘਰ ਤੇ ਨਹੀਂ ਸੀ ਲਾਈ ਕਿਉਂਕਿ ਉਹਦੇ ਵਾਲੀ ਵਾਰਿਸ ਕੋਈ ਨਹੀਂ ਸੀ, ਬੱਚਾ ਹੀ ਨਹੀਂ ਸੀਗਾ ਤੇ ਮਾਲਕ ਤੇ ਨਹੀਂ ਬਣ ਸਕਦੀ। ਮਾਲਕ ਤੋਂ ਉਹਦੇ ਬੱਚੇ ਬਣਨੇ ਸੀ। ਜਾਂ ਉਹਦੇ ਬੱਚਿਆਂ ਨੂੰ ਮਾਰਦਾ ਨਾ, ਫੇਰ ਤੇ ਪਤਾ ਹੁੰਦਾ ਕਿ ਬੁੱਢੀ ਨੇ ਮਾਲਕ ਬਣ ਜਾਣਾ। ਜੇ ਬੱਚੇ ਉਹਦੇ ਉੱਥੇ ਸਹੀ ਸਲਾਮਤ ਨੇ ਤੇ ਬੁੱਢੀ ਨੂੰ ਉਹਨੇ ਮਾਰਿਆ, ਇਹਦਾ ਮਤਲਬ ਕੀ ਕਿ ਕੋਈ ਵਜ੍ਹਾ ਹੈਗੀ ਹੈ, ਕੋਈ ਤਰੀਕਾਕਾਰ ਹੈਗਾ ਜਿਹਦੀ ਵਜ੍ਹਾ ਨਾਲ ਇਹਨਾਂ ਕੰਮ ਕੀਤਾ। ਅੱਛਾ, ਤੇ ਇਸ ਕਤਲ ਦਾ ਮੁਦਈ ਕੌਣ ਬਣਿਆ ਜੀ? ਮਦਈ ਇੱਕ ਭਾਂਜਾ ਮੇਰਾ ਬਣਿਆ ਤੇ ਬੱਚੀ ਦਾ ਭਰਾ ਜਿਹੜਾ ਹੈਗਾ? ਹਾਂਜੀ, ਤੇ ਵੱਡਾ ਭਾਈ ਹੈ ਮੇਰਾ, ਮੁਹੰਮਦ ਯੂਸਫ ਉਹਦਾ ਨਾਂ ਹੈ। ਤੇ ਇੱਕ ਹੁਣ ਉੱਥੇ ਘਰ ਦੇ ਜਿਹੜੇ ਸਸੁਰਾਲੀਏ ਸੀ ਤੁਹਾਡੀ ਬੇਟੀ ਦੇ, ਉਹ ਉੱਥੇ ਹੀ ਨੇ ਕਿ ਨਸ ਗਏ ਨੇ? ਨਹੀਂ, ਉਹ ਉੱਥੇ ਹੀ ਨੇ। ਜਿਹੜਾ ਉਹਦਾ ਦਿਓਰ ਹੈ ਉਹ ਨਸਿਆ ਹੈ। ਜਿਹਨੇ ਕਤਲ ਕੀਤਾ ਉਹੀ ਨਸਿਆ ਸੀ? ਨਸਿਆ ਹੈ। ਉਹ ਸ਼ਾਦੀशुदा ਬੱਚੇ ਵਾਲਾ ਹੈਗਾ ਕਿ ਬੱਚੇ ਆਹੋ ਜਿਹਦੀ ਗੱਲ ਕਰਦੇ, ਇੱਕ ਬੀਵੀ ਉਹਨੇ ਛੱਡੀ, ਇੱਕ ਲੈ ਕੇ ਨਸਿਆ ਫਰਾਰ ਹੋਇਆ ਘਰੋਂ। ਇਸੇ ਤਰ੍ਹਾਂ ਦੇ ਕੋਈ 2 ਨੰਬਰ ਗਲਤ ਕੰਮ ਕਰਦਾ है? ਇਹੋ ਹੀ ਕੰਮ ਕਰਦੇ ਨੇ। जी बिल्कुल नाज़रीन, आपने सारी गुफ्तगू सुनी कि किस तरह से उस बच्ची को ससुराल में कत्ल किया गया और इस कत्ल की अभी तक जो सच्चाई है वो अब तक सामने नहीं आई। एक बच्चा जिसने अपनी आंखों के सामने अपनी सौतेली माँ को कत्ल होते हुए देखा, उस बच्चे को तो पुलिस ने अपनी तहवील में लिया हुआ है, लेकिन जो मरकजी मुलज़म है जिसने इस मासूम खातून को 4 गोलियां मारकर कत्ल किया, वो मौके वारदात से कत्ल करने के बाद फरार हो चुका है और पुलिस अभी तक उस मुलज़म को गिरफ्तार करने में नाकाम है। इनका सिर्फ और सिर्फ एक ही मुतालबा है कि जल्द से जल्द उस मुलज़म को गिरफ्तार किया जाए और हमें इंसाफ दिया जाए। इसी के साथ इजाज़त चाहूँगा। अल्लाह निगहबान।